They paid a price, of course. वो आज़ादी नहीं थी, वो भीख थी, और जो आज़ादी मिली है वो 2014 में मिली है। ਬਾਲੀਵੁੱਡ ਦੀ ਇੱਕ ਅਭਿਨੇਤਰੀ ਜਿਸ ਦਾ ਨਾਮ ਕੰਗਨਾ ਰਣਾਵਤ ਹੈ, ਜੋ ਹਮੇਸ਼ਾ ਆਪਣੀ ਸਟੇਟਮੈਂਟ ਦੇ ਨਾਲ ਵਿਵਾਦਾਂ ਦੇ ਵਿੱਚ ਰਹਿੰਦੇ ਨੇ। ਹੁਣ ਉਹਨਾਂ ਨੇ ਇੱਕ ਨਵੀਂ ਸਟੇਟਮੈਂਟ ਦਿੱਤੀ ਹੈ ਜਿਸ ਵਿੱਚ ਉਹ ਬੋਲ ਰਹੀ ਹੈ ਕਿ 1947 ਦੇ ਵਿੱਚ ਭਾਰਤ ਨੂੰ ਆਜ਼ਾਦੀ ਭੀਖ ਦੇ ਵਿੱਚ ਮਿਲੀ। ਮੈਂ ਰਾਸ਼ਟਰਵਾਦੀ ਲੋਕਾਂ ਨੂੰ ਤੇ ਕੰਗਨਾ ਰਣਾਵਤ ਨੂੰ, ਜੋ ਕਿ ਰਾਸ਼ਟਰਵਾਦੀ ਹੋਣ ਦਾ ਮਖੌਟਾ ਪਹਿਨਦੀ ਹੈ, ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇ 1947 ਦੇ ਵਿੱਚ ਆਜ਼ਾਦੀ ਭੀਖ ਦੇ ਵਿੱਚ ਮਿਲੀ ਤਾਂ ਮੋਦੀ ਸਰਕਾਰ, ਭਾਰਤ ਦੀ ਸਰਕਾਰ 75ਵੀਂ ਵਰ੍ਹੇਗੰਢ ਕਿਸ ਖੁਸ਼ੀ ਵਿੱਚ ਮਨਾ ਰਹੀ ਹੈ। ਅਸੀਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਤੇ ਇੱਕ ਪਾਸੇ ਕੰਗਨਾ ਰਣਾਵਤ ਜੋ ਆਪਣੇ ਆਪ ਨੂੰ ਰਾਸ਼ਟਰਵਾਦੀ ਸਮਝਦੀ ਹੈ, ਜਿਸ ਨੂੰ ਪਿੱਛੇ ਜੇ ਹੀ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਦੇ ਕੇ ਸਨਮਾਨਿਆ ਹੈ। ਕਿਸ ਖੁਸ਼ੀ ਵਿੱਚ ਪਦਮ ਸ਼੍ਰੀ ਅਵਾਰਡ? ਕਿ ਇਹ ਉਸ ਨੂੰ ਗਲਤ ਸਟੇਟਮੈਂਟਾਂ ਦੇਣ ਦਾ ਇਨਾਮ ਹੈ। ਪਦਮ ਸ਼੍ਰੀ ਕੋਈ ਛੋਟਾ ਮੋਟਾ ਅਵਾਰਡ ਨਹੀਂ ਹੈ। ਜਿਹੜੇ ਲੋਕ ਆਪਣੇ ਫੀਲਡ ਦੇ ਵਿੱਚ ਇੱਕ ਐਕਸਟਰਾ ਆਰਡੀਨਰੀ ਯੋਗਦਾਨ ਪਾਉਂਦੇ ਨੇ, ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ। ਇੱਕ ਆਦਮੀ ਨੂੰ ਇਹ ਅਵਾਰਡ ਮਿਲਿਆ ਜਿਸ ਨੇ ਕਿ ਸੰਗਤਰੇ ਵੇਚ ਕੇ ਆਪਣੇ ਪਿੰਡ ਦੇ ਵਿੱਚ ਇੱਕ ਸਕੂਲ ਖੜਾ ਕੀਤਾ ਤੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਪੜ੍ਹਾਈ ਦੀ ਸਹੂਲਤ ਮੁਹੱਈਆ ਕਰਾਈ। ਤਾਂ ਅਣਗੌਲੇ ਲੋਕਾਂ ਨੂੰ ਅਵਾਰਡ ਦੇਣਾ ਉਹ ਵਧੀਆ ਗੱਲ ਹੈ, ਪਰ ਕੰਗਨਾ ਰਣਾਵਤ ਜਿਹੜੀ ਕਿ ਕਹਿ ਰਹੀ ਹੈ ਕਿ ਮੈਨੂੰ ਪਦਮ ਸ਼੍ਰੀ ਅਵਾਰਡ ਇੱਕ ਫਿਲਮੀ ਅਭਿਨੇਤਰੀ ਦੇ ਤੌਰ ਤੇ ਨਹੀਂ ਮਿਲਿਆ, ਬਲਕਿ ਇੱਕ ਆਦਰਸ਼ਵਾਦੀ ਨਾਗਰਿਕ ਹੋਣ ਦੇ ਨਾਤੇ ਭਾਰਤ ਸਰਕਾਰ ਨੇ ਮੈਨੂੰ ਇਹ ਅਵਾਰਡ ਦੇ ਕੇ ਨਵਾਜਿਆ ਹੈ। ਇਹ ਕਿਹੋ ਜਿਹੀ ਆਦਰਸ਼ਵਾਦੀ ਸੋਚ ਹੈ ਜਿਸ ਮਿੱਟੀ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ, ਜਿਸ ਦੇਸ਼ ਦੇ ਵਿੱਚੋਂ ਪਲੀ ਬੜੀ, ਉਸ ਦੀ ਵਿਰਾਸਤ ਦੇ ਉੱਤੇ ਹੀ ਕਿੰਤੂ ਪਰੰਤੂ ਹੈ ਕਿ ਆਜ਼ਾਦੀ ਭਾਰਤ ਦੇ ਲੋਕਾਂ ਨੂੰ ਭੀਖ ਦੇ ਵਿੱਚ ਮਿਲੀ। ਇੱਕ ਵੱਡੀ ਸਟੇਟਮੈਂਟ। ਕੀ ਕਾਰਵਾਈ ਭਾਰਤ ਸਰਕਾਰ ਇਸ ਦੇ ਉੱਤੇ ਕਰੇਗੀ? ਮੈਂ ਕੰਗਨਾ ਰਣਾਵਤ ਬਾਰੇ ਥੋੜ੍ਹਾ ਜਿਹਾ ਚਾਨਣਾ ਤੁਹਾਨੂੰ ਪਾਉਣਾ। ਕੰਗਨਾ ਰਣਾਵਤ ਪਹਾੜਾਂ ਤੋਂ ਆਉਂਦੀ ਹੈ, ਹਿਮਾਚਲ ਤੋਂ ਆਉਂਦੀ ਹੈ। ਨੋ ਡਾਊਟ ਪਹਾੜਾਂ ਦੀਆਂ ਕੁੜੀਆਂ ਸੋਹਣੀਆਂ ਵੀ ਹੁੰਦੀਆਂ ਨੇ ਤੇ ਸਰਲ ਸੁਭਾਅ ਦੀਆਂ ਵੀ ਹੁੰਦੀਆਂ ਨੇ। ਸੋ ਆਪਣੇ ਫੇਸ ਦੇ ਉੱਤੇ ਜ਼ੁਲਫਾਂ ਲਮਕਾ ਕੇ ਕੰਗਨਾ ਰਣਾਵਤ ਆਪਣੀਆਂ ਅਦਾਵਾਂ ਦੇ ਨਾਲ ਆਪਣੇ ਪ੍ਰੋਫੈਸ਼ਨ ਨੂੰ ਅੱਗੇ ਲੈ ਕੇ ਜਾਂਦੀ ਹੈ, ਆਪਣੀ ਕਲਾ ਨੂੰ ਮਸ਼ਹੂਰ ਕਰਦੀ ਹੈ, ਪਰੰਤੂ ਉਸ ਦਾ ਸੁਭਾਅ ਪਹਾੜਾਂ ਦੀਆਂ ਕੁੜੀਆਂ ਦੇ ਬਿਲਕੁਲ ਉਲਟ ਸਰਲ ਨਹੀਂ ਹੈ। ਉਹ ਬਾਲੀਵੁੱਡ ਦੇ ਵਿੱਚ ਕਦੀ ਨੈਪੋਟਿਜ਼ਮ ਦਾ ਸਹਾਰਾ ਲੈਂਦੀ ਹੈ ਤੇ ਜਦੋਂ ਵੀ ਬਾਲੀਵੁੱਡ ਦੇ ਵਿੱਚ ਉਸ ਦਾ ਗ੍ਰਾਫ ਨੀਚੇ ਆਉਣ ਲੱਗਦਾ ਹੈ ਤਾਂ ਉਹ ਇਹੋ ਜਿਹਾ ਕੋਈ ਨਾ ਕੋਈ ਸ਼ਗੂਫਾ ਆਪਣੀ ਪਬਲਿਸਿਟੀ ਨੂੰ ਪ੍ਰਾਪਤ ਕਰਨ ਦੇ ਲਈ ਛੱਡ ਦਿੰਦੀ ਹੈ। ਇਹ ਸਿਰਫ ਤੇ ਸਿਰਫ ਪਬਲਿਸਿਟੀ ਸਟੰਟ ਹੈ। ਲੋਕਾਂ ਦੇ ਵਿੱਚ ਚਰਚਾ ਕਰਵਾਉਣ ਦੇ ਲਈ ਕੰਗਨਾ ਰਣਾਵਤ ਇਹੋ ਜਿਹੀਆਂ ਸਟੇਟਮੈਂਟਸ ਦਿੰਦੀ ਹੈ ਜਿਹੜੀਆਂ ਕਿ ਰਾਸ਼ਟਰ ਵਿਰੋਧੀ ਸਟੇਟਮੈਂਟਸ ਨੇ। ਮੈਂ ਭਾਰਤ ਦੀ ਸਰਕਾਰ ਨੂੰ, ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਤੇ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਅਭਿਨੇਤਰੀਆਂ ਜੋ ਆਪਣੀ ਹੋਛੀ ਸ਼ੋਹਰਤ ਨੂੰ ਪ੍ਰਾਪਤ ਕਰਨ ਦੇ ਲਈ ਇਹੋ ਜਿਹੇ ਹੱਥਕੰਡੇ ਅਪਣਾਉਂਦੀਆਂ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਹੈ ਜਿਹੜਾ ਉਹ ਦਰਜ ਕਰਨਾ ਚਾਹੀਦਾ ਹੈ। ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਇਹ ਹੱਕ ਨਹੀਂ ਹੈ ਕਿ ਉਹ ਦੇਸ਼ ਦੇ ਸੰਵਿਧਾਨਿਕ ਢਾਂਚੇ ਦੇ ਉੱਤੇ, ਦੇਸ਼ ਦੀ ਆਜ਼ਾਦੀ ਦੇ ਉੱਤੇ ਤੇ ਦੇਸ਼ ਦੀ ਪ੍ਰਭੂਸੱਤਾ ਦੇ ਉੱਤੇ ਕੋਈ ਸਵਾਲ ਚੁੱਕੇ। ਇਹ ਅਪਮਾਨ ਹੈ ਸਾਡੇ ਸ਼ਹੀਦਾਂ ਦਾ, ਰਾਜਗੁਰੂ ਦਾ, ਸੁਖਦੇਵ ਦਾ, ਭਗਤ ਸਿੰਘ ਦਾ, ਚੰਦਰ ਸ਼ੇਖਰ ਆਜ਼ਾਦ ਦਾ, ਨਹਿਰੂ, ਗਾਂਧੀ, ਪਟੇਲ, ਜਿਨ੍ਹਾਂ ਨੇ ਰਲ ਮਿਲ ਕੇ ਆਜ਼ਾਦੀ ਪ੍ਰਾਪਤ ਕੀਤੀ
ਮਜਬੂਰ ਕੀਤਾ ਅੰਗਰੇਜ਼ਾਂ ਨੂੰ ਭਾਰਤ ਛੱਡਣ ਦੇ ਲਈ। ਅੰਤ ਦੇ ਵਿੱਚ ਮੈਂ ਕੁਝ ਲਾਈਨਾਂ ਇਸ ਵਿਸ਼ੇ ਦੇ ਪ੍ਰਸੰਗ ਦੇ ਵਿੱਚ ਕਹਿ ਰਿਹਾ ਹਾਂ। लगेगी आग तो जलेंगे घर सभी, लगेगी आग तो जलेंगे घर सभी, यहाँ पे सिर्फ मेरा मकान नहीं है। साइदे नसीद हैं जो आज वो कल नहीं रहेंगे, किराएदार हैं जाति मकान नहीं है, किराएदार हैं जाति मकान नहीं है। सभी का खून शामिल है यहाँ की मिट्टी में, सभी का खून शामिल है यहाँ की मिट्टी में। किसी के बाप का हिंदुस्तान नहीं है, किसी के बाप का हिंदुस्तान नहीं है।